हाँ जी स्टूडेंट्स, ਅੱਜ ਅਸੀਂ 12ਵੀਂ ਕਲਾਸ ਦੀ ਸੈਕਸ਼ਨ ਸੀ ਦੀ 5ਵੀਂ ਸਟੋਰੀ ਦਾ ਬਾਬਰਸ ਟ੍ਰੇਡ ਯੂਨੀਅਨ ਜਿਸ ਨੂੰ ਕਿ ਮੁਲਕ ਰਾਜ ਆਨੰਦ ਜੀ ਨੇ ਲਿਖਿਆ ਹੋਇਆ ਹੈ ਉਸ ਦੇ ਲੌਂਗ ਆਨਸਰ ਟਾਈਪ ਕੁਐਸਚਨਸ ਕਵਰ ਕਰਾਂਗੇ। ਸਟੂਡੈਂਟਸ ਇਹ ਸਾਡੀ ਸਟੋਰੀ ਦਾ 5ਵਾਂ ਵੀਡੀਓ ਹੋਏਗਾ। ਸਟੂਡੈਂਟਸ ਇਸ ਸਟੋਰੀ ਦੀ ਕੰਪਰੀਹੈਂਸਿਵ ਐਨਾਲਿਸਿਸ ਅਤੇ ਐਕਸਪਲੇਨੇਸ਼ਨ ਮੈਂ ਬਹੁਤ ਹੀ ਡਿਟੇਲ ਅਤੇ ਈਜ਼ੀ ਲੈਂਗੁਏਜ ਦੇ ਵਿੱਚ ਐਕਸਪਲੇਨ ਕੀਤੀ ਹੈ। ਮੈਂ ਇਸ ਦੇ 3 ਵੀਡੀਓ ਬਣਾਏ ਹਨ, ਪਾਰਟ 1, ਪਾਰਟ 2 ਅਤੇ ਬਾਕੀ ਦਾ ਰਹਿੰਦਾ ਹੋਇਆ ਚੈਪਟਰ ਮੈਂ ਪਾਰਟ 3 ਦੇ ਵਿੱਚ ਡਿਸਕਸ ਕੀਤਾ ਹੈ। ਤਾਂ ਮੈਂ ਇਸ ਚੈਪਟਰ ਦੇ ਵਿੱਚ ਇਸ ਦੇ ਰਾਈਟਰ ਮੁਲਕ ਰਾਜ ਆਨੰਦ ਜੀ ਬਾਰੇ ਤੁਹਾਨੂੰ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਹੈ ਅਤੇ ਚੈਪਟਰ ਦੇ ਵਿੱਚ ਆਏ ਹੋਏ ਜੋ ਗਲੋਸਰੀ ਦੇ ਜਿੰਨੇ ਵੀ ਟਰਮਸ ਨੇ ਉਹ ਮੈਂ ਬਹੁਤ ਹੀ ਡਿਟੇਲ ਅਤੇ ਈਜ਼ੀ ਲੈਂਗੁਏਜ ਦੇ ਵਿੱਚ ਤੁਹਾਨੂੰ ਨਾਲੋਂ ਨਾਲ ਐਕਸਪਲੇਨ ਕੀਤੇ ਨੇ। ਤਾਂ ਸਟੂਡੈਂਟਸ ਮੈਨੂੰ ਉਮੀਦ ਹੈ ਕਿ ਤੁਸੀਂ ਇਹ ਵੀਡੀਓ ਜ਼ਰੂਰ ਦੇਖਿਆ ਹੋਵੇਗਾ। ਜੇਕਰ ਤੁਹਾਡਾ ਵੀਡੀਓ ਕਿਸੇ ਵੀ ਕਾਰਨਵਸ਼ ਮਿਸ ਹੋਇਆ ਹੈ ਤਾਂ ਮੈਂ ਉੱਪਰ ਇਸ ਦਾ ਲਿੰਕ ਤੁਹਾਨੂੰ ਪ੍ਰੋਵਾਈਡ ਕਰ ਰਿਹਾ ਹਾਂ, ਇਸ ਲਿੰਕ ਤੇ ਜਾ ਕੇ ਤੁਸੀਂ ਇਹ ਵੀਡੀਓ ਜ਼ਰੂਰ ਦੇਖੋ। ਇਸੇ ਤਰ੍ਹਾਂ ਮੈਂ ਇਸ ਸਟੋਰੀ ਦੀ ਚੌਥੀ ਵੀਡੀਓ ਬਣਾਈ ਹੈ ਜਿਸ ਵਿੱਚ ਮੈਂ ਇਸ ਸਟੋਰੀ ਦੇ ਸ਼ਾਰਟ ਆਨਸਰ ਟਾਈਪ ਕੁਐਸਚਨਸ ਡਿਸਕਸ ਕੀਤੇ ਹਨ। ਤਾਂ ਸਟੂਡੈਂਟਸ ਤੁਹਾਡੀ ਬੁੱਕ ਦੇ ਵਿੱਚ ਇਸ ਚੈਪਟਰ ਦੇ ਟੋਟਲ 19 ਕੁਐਸਚਨਸ ਨੇ ਜੋ ਸਾਰੇ ਸ਼ਾਰਟ ਆਨਸਰ ਟਾਈਪ ਕੁਐਸਚਨਸ ਨੇ। ਮੈਂ ਇਹ ਸਾਰੇ ਕੁਐਸਚਨਸ ਦੇ ਆਨਸਰਸ ਬਹੁਤ ਹੀ ਸਿੰਪਲ ਸੈਂਟੈਂਸਿਸ ਦੇ ਵਿੱਚ ਲਿਖੇ ਹਨ ਅਤੇ ਉਹਨਾਂ ਨੂੰ ਨਾਲੋਂ ਨਾਲ ਐਕਸਪਲੇਨ ਕੀਤਾ ਹੈ। ਉਮੀਦ ਹੈ ਕਿ ਤੁਸੀਂ ਇਹ ਸਾਰਾ ਵੀਡੀਓ ਜ਼ਰੂਰ ਦੇਖਿਆ ਹੋਵੇਗਾ। ਜੇਕਰ ਤੁਸੀਂ ਇਹ ਵੀਡੀਓ ਨਹੀਂ ਦੇਖਿਆ ਤਾਂ ਮੈਂ ਉੱਪਰ ਤੁਹਾਨੂੰ ਇਸ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ, ਜਿਸ ਲਿੰਕ ਤੇ ਜਾ ਕੇ ਤੁਸੀਂ ਇਹ ਵੀਡੀਓ ਦੇਖ ਸਕਦੇ ਹੋ ਕਿਉਂਕਿ ਇਸ ਵੀਡੀਓ ਨੂੰ ਦੇਖਣਾ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹਨਾਂ ਦੇ ਵਿੱਚੋਂ ਕੁਐਸਚਨਸ ਐਗਜ਼ਾਮ ਦੇ ਵਿੱਚ ਜ਼ਰੂਰ ਆਉਂਦੇ ਹਨ। ਤਾਂ ਸਟੂਡੈਂਟਸ ਤੁਹਾਡੀ ਬੁੱਕ ਦੇ 161 ਨੰਬਰ ਸਫੇ ਦੇ ਉੱਪਰ ਸੈਕਿੰਡ ਸੈਕਸ਼ਨ ਦੇ ਵਿੱਚ 4 ਲੌਂਗ ਆਨਸਰ ਟਾਈਪ ਕੁਐਸਚਨਸ ਦਿੱਤੇ ਹੋਏ ਨੇ। ਆਪਾਂ ਸਾਰੇ ਇੱਕ ਵਾਰੀ ਪੜ੍ਹ ਲੈਂਦੇ ਹਾਂ। ਤਾਂ ਪਹਿਲਾ ਹੈ ਜੀ, ਗਿਵ ਅ ਬਰੀਫ ਕਰੈਕਟਰ ਸਕੈਚ ਆਫ ਚੰਦੂ। ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਜੀ ਤੇ ਐਗਜ਼ਾਮ ਦੇ ਵਿੱਚ ਇਸ ਦੇ ਆਉਣ ਦੇ ਬਹੁਤ ਜ਼ਿਆਦਾ ਚਾਂਸਿਸ ਹੈ। ਦੂਸਰਾ ਕੁਐਸਚਨ ਹੈ ਜੀ ਕਿ ਹਾਊ ਡਿਡ ਦਾ ਵਿਲੇਜ ਐਲਡਰਸ ਬਿਹੇਵ ਵੈਨ ਚੰਦੂ ਡਰੈਸਡ ਅਪ ਲਾਈਕ ਅ ਡਾਕਟਰ। ਤਾਂ ਇਹਦਾ ਮਤਲਬ ਇਹ ਹੋਇਆ ਕਿ ਵਿਲੇਜ ਦੇ ਜਿਹੜੇ ਐਲਡਰ ਸੀਗੇ ਜਿਵੇਂ ਕਿ ਸ਼ਾਹੂਕਾਰ ਥਾਣੂ ਰਾਮ ਸੀ ਜਾਂ ਲੈਂਡਲੋਰਡ ਵਿਜੈ ਚੰਦ ਸੀ, ਪੰਡਿਤ ਪਰਮਾਨੰਦ ਸੀ, ਤਾਂ ਇਹਨਾਂ ਨੇ ਕਿਸ ਤਰ੍ਹਾਂ ਬਿਹੇਵ ਕੀਤਾ, ਕਿਸ ਤਰ੍ਹਾਂ ਵਤੀਰਾ ਕੀਤਾ ਜਦੋਂ ਚੰਦੂ ਨੇ ਡਾਕਟਰ ਵਾਲੇ ਕੱਪੜੇ ਪਾਏ ਹੋਏ ਸੀ। ਤੀਸਰਾ ਕੁਐਸਚਨ ਹੈ ਜੀ ਕਿ ਚੰਦੂ ਦੀ ਮਾਤਾ ਦਾ ਕਰੈਕਟਰ ਸਕੈਚ ਦੱਸਣਾ ਹੈ ਜੀ। ਤੇ ਚੌਥਾ ਕੁਐਸਚਨ ਹੈ ਕਿ ਵਾਈ ਡਿਡ ਚੰਦੂ ਗੋ ਔਨ ਅ ਸਟ੍ਰਾਈਕ, ਵਟ ਵਾਸ ਦਾ ਰਿਜ਼ਲਟ ਆਫ ਦਾ ਸਟ੍ਰਾਈਕ। ਚੰਦੂ ਸਟ੍ਰਾਈਕ ਤੇ ਕਿਉਂ ਗਿਆ ਅਤੇ ਇਸ ਸਟ੍ਰਾਈਕ ਦਾ ਰਿਜ਼ਲਟ ਕੀ ਹੋਇਆ, ਨਤੀਜਾ ਕੀ ਨਿਕਲਿਆ। ਤਾਂ ਸਟੂਡੈਂਟਸ ਵੈਸੇ ਤਾਂ ਚਾਰੇ ਕੁਐਸਚਨਸ ਇੰਪੋਰਟੈਂਟ ਹੈ ਪਰ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਪਹਿਲਾ ਕੁਐਸਚਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਪਰ ਮੈਂ ਜਿਹੜਾ ਆਨਸਰ ਤਿਆਰ ਕੀਤਾ ਹੈ ਉਸ ਦੇ ਵਿੱਚ ਇਹਨਾਂ ਚਾਰੇ ਕੁਐਸਚਨਸ ਦੇ ਮੈਂ ਆਨਸਰ ਇਨਕਲੂਡ ਕੀਤੇ ਹੈ। ਤਾਂ ਐਗਜ਼ਾਮ ਦੇ ਵਿੱਚ ਇਹਨਾਂ ਚੋਂ ਕੋਈ ਵੀ ਕੁਐਸਚਨ ਆਉਂਦਾ ਹੈ ਤਾਂ ਤੁਸੀਂ ਉਹ ਆਨਸਰ ਲਿਖ ਸਕਦੇ ਹੋ। ਸਟੂਡੈਂਟਸ ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਦੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ। ਤਾਂ ਇਸ ਤਰ੍ਹਾਂ ਤੁਸੀਂ ਚੈਨਲ ਤੇ ਪਹੁੰਚ ਜਾਵੋਗੇ ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ ਤੇ ਹੈ। ਇਸ ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ ਤੇ ਜ਼ਰੂਰ ਵਿਜ਼ਿਟ ਕਰੋ। ਸਟੂਡੈਂਟਸ ਐਸੇ ਟਾਈਪ ਕੁਐਸਚਨ ਕਰਨ ਤੋਂ ਪਹਿਲਾਂ ਆਪਾਂ ਇਸ ਦਾ ਮਾਈਂਡ ਮੈਪ ਡਰਾ ਕਰ ਲੈਂਦੇ ਹਾਂ ਤਾਂ ਕਿ ਸਾਨੂੰ ਆਪਣਾ ਵੱਡਾ ਕੁਐਸਚਨ ਲਿਖਣ ਦੇ ਲਈ ਕੁਝ ਪੁਆਇੰਟਸ ਮਿਲ ਜਾਣ। ਤਾਂ ਕਿਉਂਕਿ ਮੇਨ ਕੁਐਸਚਨ ਇਸ ਦਾ ਚੰਦੂ ਦਾ ਕਰੈਕਟਰ ਸਕੈਚ ਹੈ ਤਾਂ ਅਸੀਂ ਚੰਦੂ ਨੂੰ ਮਿਡਲ 'ਚ ਰੱਖਦੇ ਹਾਂ ਜੀ। ਤਾਂ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਇਹ ਮੇਨ ਕਰੈਕਟਰ ਹੈ, ਸਟੋਰੀ ਦਾ ਮੁੱਖ ਕਰੈਕਟਰ ਹੈ ਜੀ। ਪੂਰੀ ਸਟੋਰੀ ਇਸ ਦੇ ਆਲੇ ਦੁਆਲੇ ਘੁੰਮਦੀ ਹੈ। ਦੂਸਰਾ ਹੈ ਜੀ ਕਿ ਬਾਰਬਰ ਬੁਆਏ ਹੈ, ਨਾਈਆਂ ਦਾ ਮੁੰਡਾ ਹੈ। ਇਸਨੇ ਆਪਣਾ ਨਾਈਆਂ ਦਾ ਕੰਮ ਆਪਣੇ ਪਿਤਾ ਤੋਂ ਸਿੱਖਿਆ ਹੈ। ਇਸ ਦੇ ਪਰਿਵਾਰ ਦੇ ਵਿੱਚ ਇਸ ਦੀ ਮਾਤਾ ਵੀ ਹੈ। ਬਚਪਨ 'ਚ ਹੀ ਇਸ ਦੇ ਪਿਤਾ ਜੀ ਦੀ ਡੈਥ ਹੋ ਗਈ ਸੀ ਜਿਸ ਕਰਕੇ ਇਸ ਨੂੰ ਨਾਈਆਂ ਦਾ ਜੋ ਪੁਸ਼ਤੈਨੀ ਕੰਮ ਸੀ ਆਪ ਕਰਨਾ ਪਿਆ। ਕਲੋਜ਼ ਫਰੈਂਡ ਆਫ ਨਰੇਟਰ 6 ਮੰਥ ਸੀਨੀਅਰ। ਬੱਚਿਓ ਸਾਨੂੰ ਪਤਾ ਹੈ ਕਿ ਜਿਹੜੇ ਇਸ ਚੈਪਟਰ ਦੇ ਰਾਈਟਰ ਨੇ ਮੁਲਕ ਰਾਜ ਆਨੰਦ ਉਹ ਇਸ ਦੇ ਬਹੁਤ ਹੀ ਕਲੋਜ਼ ਫਰੈਂਡ ਨੇ, ਦੋਨੇ ਬਹੁਤ ਹੀ ਪੱਕੇ ਦੋਸਤ ਨੇ। ਤੇ ਚੰਦੂ ਨਰੇਟਰ ਤੋਂ ਲੇਖਕ ਤੋਂ 6 ਮਹੀਨੇ ਵੱਡਾ ਹੈ ਤਾਂ ਆਲਮੋਸਟ ਇਹ ਹਮ ਉਮਰ ਨੇ ਜੀ। ਇਵਨ ਕਿ ਪ੍ਰਾਇਮਰੀ ਸਕੂਲ ਦੇ ਵਿੱਚ ਇਕੱਠੇ ਹੀ ਪੜ੍ਹੇ ਨੇ ਲੇਕਿਨ ਪ੍ਰਾਇਮਰੀ ਸਕੂਲ ਤੋਂ ਬਾਅਦ ਚੰਦੂ ਪੜ੍ਹ ਨਹੀਂ ਪਾਇਆ ਤੇ ਫਿਰ ਨਰੇਟਰ ਅੱਗੇ ਸੈਕੰਡਰੀ ਸਕੂਲ 'ਚ ਪੜ੍ਹਨ ਚਲੇ ਗਏ।
ਚੰਦੂ ਸ਼ਾਰਪ ਮਾਈਂਡਡ ਹੈ ਬਟ ਨੋਟ ਗੁੱਡ ਐਟ ਡੂਇੰਗ ਸਮਸ। ਸ਼ਾਰਪ ਮਾਈਂਡ ਹੈ ਜੀ ਇਸਦਾ, ਬਹੁਤ ਹੀ ਤੇਜ਼ ਦਿਮਾਗ ਹੈ। ਲੇਖਕ ਇਸ ਨੂੰ ਆਪਣਾ ਇੰਬੋਡੀਮੈਂਟ ਆਫ ਪਰਫੈਕਸ਼ਨ ਵੀ ਮੰਨਦਾ ਹੈ। ਇਸ ਦਾ ਇੱਕ ਆਪਾਂ ਸ਼ਾਰਟ ਆਨਸਰ ਟਾਈਪ ਕੁਐਸਚਨ ਵੀ ਕੀਤਾ ਸੀ। ਬਹੁਤ ਹੀ ਇੰਟੈਲੀਜੈਂਟ ਹੈ, ਮੈਥ ਦੇ ਸਵਾਲ ਹੱਲ ਕਰਨ ਦੇ ਵਿੱਚ ਇੰਨਾ ਐਕਸਪਰਟ ਨਹੀਂ ਹੈ। ਉਹਦਾ ਰੀਜ਼ਨ ਸਾਨੂੰ ਪਤਾ ਹੈ ਕਿਉਂਕਿ ਬਚਪਨ ਚੋਂ ਹੀ ਇਸ ਨੂੰ ਆਪਣਾ ਪੁਸ਼ਤੈਨੀ ਕੰਮ ਕਰਨਾ ਪੈ ਗਿਆ ਤੇ ਇਸ ਕੋਲ ਸਮਾਂ ਨਹੀਂ ਸੀ ਬਚਦਾ ਕਿ ਇਹ ਸਕੂਲ ਦਾ ਕੰਮ ਕਰ ਸਕਦਾ ਜਾਂ ਉਸਦੀ ਪ੍ਰੈਕਟਿਸ ਕਰ ਪਾਉਂਦਾ, ਇਸ ਕਰਕੇ ਇਹ ਸਵਾਲ ਹੱਲ ਨਹੀਂ ਸੀ ਕਰ ਸਕਦਾ। ਇੱਕ ਹੋਰ ਪੁਆਇੰਟ ਅਸੀਂ ਦੇਖਦੇ ਹਾਂ ਜੀ ਕਿ ਐਕਸਪਰਟ ਐਟ ਕੈਚਿੰਗ ਵਾਸਪਸ ਐਂਡ ਮੇਕਿੰਗ ਕਾਈਟਸ। ਤਾਂ ਇਸ ਦੀਆਂ ਦੋ ਖਾਸੀਅਤਾਂ ਦਾ ਸਟੋਰੀ ਦੇ ਵਿੱਚ ਜ਼ਿਕਰ ਹੋਇਆ ਜੀ। ਇੱਕ ਤਾਂ ਇਹ ਭਰਿੰਡਾਂ ਫੜਨ ਦੇ ਵਿੱਚ ਮਾਹਿਰ ਸੀ, ਭਰਿੰਡ ਨੂੰ ਫੜ ਕੇ ਇਹ ਡੰਗ ਕੱਢ ਲੈਂਦਾ ਸੀ ਅਤੇ ਫਿਰ ਉਸ ਨੂੰ ਬੰਨ੍ਹ ਕੇ ਉਡਾਉਂਦਾ ਹੁੰਦਾ ਸੀਗਾ ਧਾਗੇ ਦੇ ਨਾਲ। ਇਹ ਕੰਮ ਦੇਖੋ ਨਰੇਟਰ ਨਹੀਂ ਸੀ ਕਰ ਪਾਉਂਦਾ। ਨਰੇਟਰ ਨੇ ਜਦੋਂ ਇਹ ਕੰਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਭਰਿੰਡਾਂ ਆਪਣੇ ਚਿਹਰੇ ਤੇ ਹੱਥਾਂ ਤੇ ਲੜਵਾ ਲਈਆਂ। ਇਸੇ ਤਰ੍ਹਾਂ ਇਹ ਕਾਈਟਸ, ਪੇਪਰ ਕਾਈਟਸ ਬਣਾਉਣ ਦੇ ਵਿੱਚ ਬਹੁਤ ਹੀ ਜ਼ਿਆਦਾ ਐਕਸਪਰਟ ਸੀ। ਬਹੁਤ ਹੀ ਡਿਜ਼ਾਈਨਰ ਪਤੰਗੇ ਬਣਾਉਂਦਾ ਸੀਗਾ ਤੇ ਕਾਫੀ ਕੰਪਲੈਕਸਿਵ ਹੁੰਦੇ ਸੀਗੇ ਉਹ, ਮਤਲਬ ਆਮ ਬੰਦਾ ਇਸ ਤਰ੍ਹਾਂ ਦੇ ਡਿਜ਼ਾਈਨ ਵਾਲੇ ਪਤੰਗ ਨਹੀਂ ਸੀ ਬਣਾ ਸਕਦਾ। ਅਤੇ ਫਿਰ ਇੰਨੇ ਗੁੰਝਲਦਾਰ ਪਤੰਗਾਂ ਦੇ ਡਿਜ਼ਾਈਨ ਨਾਲ ਇਹ ਉਹਨਾਂ ਪਤੰਗਾਂ ਨੂੰ ਬੜੇ ਹੀ ਬੈਲੈਂਸ ਨਾਲ ਉਡਾ ਵੀ ਪਾਉਂਦਾ ਸੀ। ਇਹ ਕੰਮ ਲੇਖਕ ਨਹੀਂ ਸੀ ਕਰ ਪਾਉਂਦਾ। ਲੇਖਕ ਨੇ ਕੋਸ਼ਿਸ਼ ਕੀਤੀ ਸੀ ਪਤੰਗ ਬਣਾਉਣ ਦੀ, ਲੇਕਿਨ ਉਸ ਤੋਂ ਪਤੰਗ ਬੈਲੈਂਸ ਵਾਲੇ ਨਹੀਂ ਬਣੇ। ਇਸੇ ਕਰਕੇ ਲੇਖਕ ਇਸ ਨੂੰ ਸੰਪੂਰਨਤਾ ਦਾ ਸਰੂਪ ਕਹਿੰਦਾ ਸੀ, ਜਿਸ ਨੂੰ ਆਪਾਂ ਇੰਗਲਿਸ਼ 'ਚ ਇੰਬੋਡੀਮੈਂਟ ਆਫ ਪਰਫੈਕਸ਼ਨ ਕਹਿੰਦੇ ਹਾਂ। ਬਹੁਤ ਹੀ ਹਾਰਡ ਵਰਕਿੰਗ ਹੈ ਅਤੇ ਬਰੇਵ ਹੈ। ਦੇਖੋ ਇਹ ਤਾਂ ਸਟੋਰੀ ਸਾਨੂੰ ਪੜ੍ਹ ਕੇ ਪਤਾ ਲੱਗਦਾ ਹੈ ਕਿ ਸਵੇਰੇ ਸਾਰ ਉੱਠਦੇ ਹੀ ਇਹ ਜਿਹੜੇ ਅਪਰ ਕਾਸਟ ਲੋਕ ਨੇ ਉਹਨਾਂ ਦੇ ਘਰ ਜਾ ਕੇ ਉਹਨਾਂ ਦੀ ਸ਼ੇਵ ਕਰਦਾ ਅਤੇ ਫਿਰ ਸ਼ਹਿਰ ਵੀ ਜਾਂਦਾ, ਸ਼ਹਿਰ ਜਾ ਕੇ ਸ਼ੇਵਿੰਗ ਕਰਦਾ ਅਤੇ ਇਸ ਤਰ੍ਹਾਂ ਇਹ ਬਹੁਤ ਹੀ ਜ਼ਿਆਦਾ ਮਿਹਨਤ ਕਰਦਾ। ਗਰੀਬ ਵੀ ਸੀ। ਸਾਨੂੰ ਇਹਨਾਂ ਦੀ ਆਰਥਿਕ ਹਾਲਤ ਦਾ ਪਤਾ ਹੈ ਕਿ ਆਪਣੀ ਮਾਂ ਦੇ ਨਾਲ ਇੱਕ ਸ਼ੈੱਡ ਦੇ ਵਿੱਚ ਰਹਿੰਦਾ ਸੀ। ਸ਼ੈੱਡ ਜਿਹੜਾ ਕਿ ਜਿਵੇਂ ਆਪਾਂ ਐਨੀਮਲਸ ਨੂੰ ਰੱਖਣ ਦੇ ਲਈ ਜਾਂ ਮੱਝਾਂ ਜਾਂ ਭੇਡਾਂ ਨੂੰ ਰੱਖਣ ਦੇ ਲਈ ਬਣਾਉਂਦੇ ਆ, ਉਸ ਤਰ੍ਹਾਂ ਦੇ ਘਰ ਦੇ ਵਿੱਚ ਰਹਿੰਦਾ ਸੀ। ਹਾਰਡ ਵਰਕਿੰਗ ਬਹੁਤ ਸੀ ਅਤੇ ਬਰੇਵ ਵੀ ਸੀ। ਤਾਂ ਬਰੇਵ ਤਾਂ ਸਾਨੂੰ ਪਤਾ ਹੈ ਬੱਚਿਓ ਕਿ ਜਦੋਂ ਇਸ ਨਾਲ ਬਹੁਤ ਹੀ ਮਾੜਾ ਵਤੀਰਾ ਕੀਤਾ ਪਿੰਡ ਦੇ ਉੱਚੇ ਤਬਕੇ ਦੇ ਲੋਕਾਂ ਨੇ, ਤਾਂ ਇਸ ਨੇ ਕਿਸ ਤਰ੍ਹਾਂ ਸਿਹਾ, ਕਿੰਨੇ ਹੀ ਇਸ ਨੂੰ ਮਾੜੇ ਬੋਲ ਬੋਲੇ ਗਏ, ਕਿੰਨੀਆਂ ਹੀ ਇਸ ਨੂੰ ਗਾਲਾਂ ਕੱਢੀਆਂ ਗਈਆਂ, ਲੇਕਿਨ ਇਸ ਨੇ ਰਿਟੈਲੀਏਟ ਨਹੀਂ ਕੀਤਾ। ਰਿਟੈਲੀਏਟ ਦਾ ਮਤਲਬ ਮੁੜ ਕੇ ਜਵਾਬ ਨਹੀਂ ਦਿੱਤਾ। ਕਿਸੇ ਨੂੰ ਵੀ ਉੱਚੀ ਆਵਾਜ਼ ਦੇ ਵਿੱਚ ਜਾਂ ਕਿਸੇ ਨੂੰ ਗਾਲ ਕੱਢ ਕੇ ਇਸ ਨੇ ਗੱਲ ਨਹੀਂ ਕੀਤੀ। ਇੰਨਾ ਜ਼ਿਆਦਾ ਨਿਮਰ ਸੀ ਤੇ ਇੰਨਾ ਜ਼ਿਆਦਾ ਬਰੇਵ ਸੀ ਤੇ ਇੰਨਾ ਜ਼ਿਆਦਾ ਹਾਰਡ ਵਰਕਿੰਗ ਸੀ ਚੰਦੂ। ਸੈਲਫ ਰਿਸਪੈਕਟ, ਸਟਾਪ ਸ਼ੇਵਿੰਗ ਅਪਰ ਕਾਸਟ ਪੀਪਲ। ਤਾਂ ਇਹ ਤਾਂ ਆਪਾਂ ਬੱਚੇ ਉਹ ਸ਼ੋਰਟ ਆਨਸਰ ਟਾਈਪ ਕੁਐਸਚਨ ਦੇ ਵਿੱਚ ਕੀਤਾ ਹੈ ਕਿ ਚੰਦੂ ਦੇ ਅੰਦਰ ਇੱਕ ਹੋਰ ਬੜੀ ਵਧੀਆ ਚੀਜ਼ ਸੀ ਕਿ ਉਸ ਨੂੰ ਆਪਣੀ ਸੈਲਫ ਰਿਸਪੈਕਟ ਦਾ ਪਤਾ ਸੀ, ਉਹਨੂੰ ਆਪਣੇ ਸਵੈ ਮਾਣ ਦਾ ਪਤਾ ਸੀ। ਜਦੋਂ ਪਿੰਡ ਵਾਲਿਆਂ ਨੇ, ਖਾਸ ਤੌਰ ਤੇ ਉੱਚੇ ਤਬਕੇ ਦੇ ਲੋਕਾਂ ਨੇ ਇਸ ਨੂੰ ਗਾਲਾਂ ਕੱਢੀਆਂ, ਇਸ ਨੂੰ ਮਾੜਾ ਚੰਗਾ ਬੋਲਿਆ, ਜਦੋਂ ਇਸ ਨੇ ਡਾਕਟਰ ਵਾਲੇ ਕੱਪੜੇ ਪਾਏ ਹੋਏ ਸੀ ਤਾਂ ਇਸ ਨੂੰ ਬਹੁਤ ਹੀ ਦੁੱਖ ਲੱਗਿਆ ਤੇ ਇਸ ਨੇ ਆਪਣੀ ਸੈਲਫ ਰਿਸਪੈਕਟ ਦਾ ਧਿਆਨ ਰੱਖਦੇ ਹੋਏ ਉਹਨਾਂ ਦੇ ਘਰੇ ਜਾਣਾ ਬੰਦ ਕਰ ਦਿੱਤਾ। ਹੁਣ ਇਹ ਉਹਨਾਂ ਦੀ ਸ਼ੇਵਿੰਗ ਲਈ ਉਹਨਾਂ ਦੇ ਘਰ ਨਹੀਂ ਸੀ ਜਾਂਦਾ। ਬੌਟ ਆ ਸਾਈਕਲ, ਤੇ ਫਿਰ ਕਿਉਂਕਿ ਇਸ ਨੇ ਆਪਣਾ ਗੁਜ਼ਰ ਬਸਰ ਤਾਂ ਕਰਨਾ ਹੀ ਸੀ ਤਾਂ ਇਸ ਨੇ ਲਾਲਾ ਹੁਕਮ ਚੰਦ ਦੇ ਜਵਾਰੀ ਬੇਟੇ ਤੋਂ 5 ਰੁਪਏ ਦੇ ਵਿੱਚ ਸਾਈਕਲ ਖਰੀਦਿਆ ਅਤੇ ਉਹ ਸਾਈਕਲ ਇਸ ਨੇ ਰੋਜ਼ ਸ਼ਹਿਰ ਦੇ ਵਿੱਚ ਲੈ ਕੇ ਜਾਣਾ ਸ਼ੁਰੂ ਕਰਤਾ। ਇਹ ਹੁਣ ਪਿੰਡ ਦੇ ਵਿੱਚ ਦਾੜੀ ਹਜਾਮਤ ਨਹੀਂ ਸੀ ਕਿਸੇ ਦੀ ਬਣਾਉਂਦਾ, ਸ਼ਹਿਰ ਦੇ ਵਿੱਚ ਦਾੜੀ ਹਜਾਮਤ ਬਣਾਉਂਦਾ ਸੀ। ਉੱਥੋਂ ਇਸ ਨੂੰ ਪੈਸੇ ਚੰਗੇ ਮਿਲਣ ਲੱਗੇ, ਫਿਰ ਇਸ ਦੀ ਆਰਥਿਕ ਹਾਲਤ ਵੀ ਚੰਗੀ ਹੋ ਗਈ ਸੀ। ਫਾਰਮ ਦਾ ਬਾਬਰਸ ਟ੍ਰੇਡ ਯੂਨੀਅਨ, ਅਤੇ ਅੰਤ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਸ ਨੇ ਇੱਕ ਅਜਿਹਾ ਕੰਮ ਕੀਤਾ ਜਿਸ ਨਾਲ ਕਿ ਮੁਲਕ ਰਾਜ ਆਨੰਦ ਨੇ ਇਸ ਨੂੰ ਕਿਹਾ ਕਿ ਵਨ ਆਫ ਦਾ ਮੇਕਰਸ ਆਫ ਮਾਡਰਨ ਇੰਡੀਆ। ਉਸਨੇ ਕੀ ਕੰਮ ਕੀਤਾ ਸੀ? ਉਸਨੇ ਬਾਰਬਰਸ ਟ੍ਰੇਡ ਯੂਨੀਅਨ ਬਣਾਈ ਸੀ। ਇਹ ਬਾਰਬਰਸ ਟ੍ਰੇਡ ਯੂਨੀਅਨ ਇਸ ਨੇ ਕਿਵੇਂ ਬਣਾਏ? ਇਸ ਨੇ ਆਪਣੇ ਇਸ ਨੇ ਆਲੇ ਦੁਆਲੇ ਇਸ ਦੇ ਕੁਨਬੇ ਦੇ ਲੋਕ ਸੀਗੇ ਜੋ ਨਾਈਆਂ ਦਾ ਕੰਮ ਕਰਦੇ ਸੀ, ਉਹਨਾਂ ਨੂੰ ਇਸ ਨੇ ਇਕੱਠਾ ਕਰਕੇ ਇਸ ਨੇ ਇਹ ਟ੍ਰੇਡ ਯੂਨੀਅਨ ਬਣਾਈ ਅਤੇ ਫਿਰ ਇਸ ਨੇ ਪਿੰਡ ਦੇ ਵਿੱਚ ਆਪਣੀ ਦੁਕਾਨ ਸ਼ੁਰੂ ਕੀਤੀ। ਹੁਣ ਇਹ ਕਿਸੇ ਦੇ ਘਰ ਹਜਾਮਤ ਕਰ ਨਹੀਂ ਸੀ ਜਾਂਦਾ, ਸਗੋਂ ਸਾਰੇ ਪਿੰਡ ਵਾਲੇ, ਉਹਦੇ ਵਿੱਚ ਉੱਚੇ ਤਬਕੇ ਦੇ ਲੋਕ ਵੀ ਸ਼ਾਮਲ ਸੀ, ਆਪਣੀ ਹਜਾਮਤ ਕਰਾਉਣ ਖੁਦ ਚੰਦੂ ਦੀ ਦੁਕਾਨ ਤੇ ਆਉਂਦੇ ਸੀ। ਤਾਂ ਸਟੂਡੈਂਟਸ, ਬਹੁਤ ਹੀ ਇੰਸਪਾਇਰਿੰਗ ਕਰੈਕਟਰ ਹੈ ਜੀ ਚੰਦੂ। ਤੇ ਹੁਣ ਆਪਣੇ ਕੋਲੇ ਬਹੁਤ ਸਾਰੇ ਪੁਆਇੰਟਸ ਨੇ ਜਿਨ੍ਹਾਂ ਤੋਂ ਅਸੀਂ ਆਪਣਾ ਐਸੇ ਟਾਈਪ ਕੁਐਸਚਨ ਡਿਵੈਲਪ ਕਰ ਸਕਦੇ ਹਾਂ। ਮਾਈਂਡ ਮੈਪ ਕਵਰ ਕਰਨ ਤੋਂ ਬਾਅਦ ਬੱਚਿਓ ਅਸੀਂ ਆਪਣੇ ਮੇਨ ਕੁਐਸਚਨ ਵੱਲ ਆਉਂਦੇ ਹਾਂ। ਤਾਂ ਜਿਵੇਂ ਮੈਂ ਤੁਹਾਨੂੰ ਬੱਚਿਓ ਪਹਿਲਾਂ ਹੀ ਦੱਸਿਆ ਕਿ ਇਸ ਦਾ ਮੇਨ ਤਾਂ ਜਿਹੜਾ ਕੁਐਸਚਨ ਹੈ, ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ, ਉਹ ਹੈ ਜੀ ਕਰੈਕਟਰ ਸਕੈਚ ਆਫ ਚੰਦੂ। ਪਰ ਫਿਰ ਵੀ ਮੈਂ ਇਸ ਆਨਸਰ ਦੇ ਵਿੱਚ ਜੋ ਕਿ ਤੁਸੀਂ ਦੇਖ ਰਹੇ ਹੋ ਉਸ ਦੇ ਵਿੱਚ ਤੁਹਾਡੀ ਬੁੱਕ ਵਾਲੇ ਚਾਰੇ ਐਸੇ ਟਾਈਪ ਕੁਐਸਚਨਸ ਦੇ ਆਨਸਰ ਇਨਕਲੂਡ ਕੀਤੇ ਨੇ। ਤਾਂ ਜੇਕਰ ਐਗਜ਼ਾਮ ਦੇ ਵਿੱਚ ਉਹਨਾਂ ਚਾਰੇ ਕੁਐਸਚਨਸ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਮਿਲਦਾ ਹੈ ਤਾਂ ਤੁਸੀਂ ਇਹ ਆਨਸਰ ਉੱਥੇ ਲਿਖ ਸਕਦੇ ਹੋ। ਤਾਂ ਸਟੂਡੈਂਟਸ, ਆਨਸਰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਤੁਸੀਂ ਇਸ ਸਟੋਰੀ ਦੀ ਮੇਰੀ ਬਣਾਈ ਹੋਈ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਵਾਲੀ ਵੀਡੀਓ ਜ਼ਰੂਰ ਦੇਖੀ ਹੋਵੇ, ਕਿਉਂਕਿ ਇਸ ਤੋਂ ਬਿਨਾਂ ਇਸ ਆਨਸਰ ਨੂੰ ਸਮਝਣਾ ਬਹੁਤ ਮੁਸ਼ਕਿਲ ਹੈ। ਤਾਂ ਮੈਂ ਉੱਪਰ ਤੁਹਾਨੂੰ ਇਸ ਦਾ ਲਿੰਕ ਇੱਕ ਵਾਰੀ ਫੇਰ ਪ੍ਰੋਵਾਈਡ ਕਰ ਰਿਹਾ ਹਾਂ ਤਾਂ ਕਿ ਤੁਸੀਂ ਇਸ ਲਿੰਕ ਤੇ ਜਾ ਕੇ ਇਸ ਚੈਪਟਰ ਦੀ
ਐਕਸਪਲੇਨੇਸ਼ਨ ਅਤੇ ਐਨਾਲਿਸਿਸ ਜੋ ਮੈਂ 3 ਪਾਰਟਸ ਦੇ ਵਿੱਚ ਬਣਾਈ ਹੈ ਉਸ ਨੂੰ ਕੰਪਲੀਟ ਦੇਖ ਲਵੋ ਤਾਂ ਕਿ ਤੁਹਾਨੂੰ ਇਸ ਐਸੇ ਟਾਈਪ ਕੁਐਸਚਨ ਦੇ ਆਨਸਰ ਨੂੰ ਸਮਝਣ ਦੇ ਵਿੱਚ ਕੋਈ ਵੀ ਡਿਫਿਕਲਟੀ ਨਾ ਆਵੇ। ਜਿਹੜੇ ਬੱਚਿਆਂ ਨੇ ਦੇਖ ਰੱਖੀ ਹੈ ਉਹ ਕੰਟੀਨਿਊ ਕਰ ਸਕਦੇ ਨੇ। ਆਨਸਰ ਸ਼ੁਰੂ ਕਰਦੇ ਹਾਂ ਜੀ। ਦ ਬਾਬਰਸ ਟ੍ਰੇਡ ਯੂਨੀਅਨ ਇਜ਼ ਰਿਟਨ ਬਾय ਮੁਲਕ ਰਾਜ ਆਨੰਦ। ਤਾਂ ਚੈਪਟਰ ਦਾ ਨਾਮ ਹੈ ਜੀ ਦ ਬਾਬਰਸ ਟ੍ਰੇਡ ਯੂਨੀਅਨ, ਜਿਸ ਨੂੰ ਅਸੀਂ ਸਿੰਗਲ ਕੋਟ ਦੇ ਵਿੱਚ ਪਾਇਆ ਹੋਇਆ ਹੈ। ਤੇ ਇਸ ਤਰ੍ਹਾਂ ਕਰਦੇ ਹੋਏ ਤੁਹਾਨੂੰ ਇਹਨਾਂ ਦੇ ਕੈਪੀਟਲ ਲੈਟਰਸ ਦਾ ਜ਼ਰੂਰ ਧਿਆਨ ਰੱਖਣਾ ਹੈ ਅਤੇ ਬਾਰਬਰ ਦੇ ਪਿੱਛੇ ਐਪੋਸਟ੍ਰਫੀ ਪਾ ਕੇ ਐਸ ਜ਼ਰੂਰ ਪਾਣੀ ਹੈ, ਇਹਦਾ ਵੀ ਧਿਆਨ ਰੱਖਣਾ ਹੈ। ਤੇ ਇਸ ਨੂੰ ਲਿਖਿਆ ਹੋਇਆ ਜੀ ਸਾਡੇ ਰਾਈਟਰ ਮੁਲਕ ਰਾਜ ਆਨੰਦ ਜੀ ਨੇ। ਇਹਨਾਂ ਦੇ ਵੀ ਕੈਪੀਟਲ ਲੈਟਰਸ ਤੇ ਸਮਾਲ ਲੈਟਰਸ ਦਾ ਪੂਰਾ ਧਿਆਨ ਰੱਖਣਾ ਹੈ। ਚੰਦੂ ਇਜ਼ ਦਾ ਮੇਨ ਕਰੈਕਟਰ ਆਫ ਦਾ ਸਟੋਰੀ। ਜਿਵੇਂ ਕਿ ਆਪਾਂ ਮਾਈਂਡ ਮੈਪ ਦੇ ਵਿੱਚ ਵੀ ਦੇਖਿਆ ਸੀ ਕਿ ਇਸ ਸਟੋਰੀ ਦਾ ਸਭ ਤੋਂ ਮੁੱਖ ਪਾਤਰ ਚੰਦੂ ਹੈ। ਪੂਰੀ ਸਟੋਰੀ ਇਸ ਦੇ ਦੁਆਲੇ ਹੀ ਘੁੰਮਦੀ ਹੈ। ਹੀ ਬਿਲੋਂਗ ਟੂ ਦੀ ਬਾਰਬਰ ਕਾਸਟ, ਤਾਂ ਉਹ ਨਾਈ ਜਾਤ ਨਾਲ ਸੰਬੰਧ ਰੱਖਦਾ ਹੈ। ਬਿਲੋਂਗ ਟੂ ਦਾ ਮਤਲਬ ਹੁੰਦਾ ਬੱਚੇ ਉਹ ਸੰਬੰਧ ਰੱਖਣਾ, ਤੇ ਇਹ ਹਮੇਸ਼ਾ ਤੁਸੀਂ ਧਿਆਨ 'ਚ ਰੱਖਣਾ ਹੈ ਕਿ ਬਿਲੋਂਗ ਵਰਬ ਦੇ ਨਾਲ ਹਮੇਸ਼ਾ ਟੂ ਪ੍ਰੈਪੋਜੀਸ਼ਨ ਹੀ ਲੱਗਦੀ ਹੈ। ਹੀ ਯੂਜ਼ਡ ਟੂ ਗੋ ਟੂ ਦੀ ਹਾਊਸਿਸ ਆਫ ਅਪਰ ਕਾਸਟ ਪੀਪਲ ਇਨ ਦੀ ਮੋਰਨਿੰਗ ਫॉर ਸ਼ੇਵਿੰਗ ਐਂਡ ਹੈਅਰ ਕਟਿੰਗ। ਕਿਉਂਕਿ ਉਹ ਨਾਈ ਹੈ ਜੀ, ਆਪਣੇ ਪਿਤਾ ਵਾਂਗ ਉਹ ਉੱਚੀ ਜਾਤ ਵਾਲੇ ਲੋਕ ਅਪਰ ਕਾਸਟ ਲੋਕਾਂ ਦੇ ਘਰੇ ਜਾਂਦਾ ਹੈ। ਸਵੇਰ ਵੇਲੇ ਜਾਂਦਾ ਹੈ। ਕਿਸ ਦੇ ਲਈ ਜਾਂਦਾ ਹੈ? ਉਹਨਾਂ ਦੀ ਸ਼ੇਵ ਕਰਨ ਅਤੇ ਉਹਨਾਂ ਦੇ ਵਾਲ ਕੱਟਣ। ਤਾਂ ਇਸ ਦਾ ਰੋਜ਼ ਦਾ ਕੰਮ ਹੈ। ਹੀ ਵਾਜ਼ ਅ ਕਲੋਜ਼ ਫਰੈਂਡ ਆਫ ਦਾ ਰਾਈਟਰ। ਤੇ ਸਾਨੂੰ ਸਟੋਰੀ ਤੋਂ ਇਹ ਪਤਾ ਲੱਗਦਾ ਹੈ ਕਿ ਉਹ ਲੇਖਕ ਦਾ ਬਹੁਤ ਹੀ ਗੂੜਾ ਮਿੱਤਰ ਹੈ। ਦੋਨਾਂ ਦੀ ਆਪਸ 'ਚ ਬਹੁਤ ਹੀ ਗੂੜੀ ਦੋਸਤੀ ਹੈ। ਤੇ ਸਾਨੂੰ ਇਹ ਵੀ ਪਤਾ ਬੱਚਿਓ ਕਿ ਲੇਖਕ ਖੁਦ ਪੰਡਤਾਂ ਦਾ ਮੁੰਡਾ ਹੈ, ਲੇਕਿਨ ਉਸ ਦੀ ਦੋਸਤੀ ਨਾਈਆਂ ਦੇ ਮੁੰਡੇ ਨਾਲ ਹੈ। ਤੇ ਇਹ ਦੋਸਤੀ ਪੂਰੇ ਪਿੰਡ ਨੂੰ ਸੋਹਣੀ ਨਹੀਂ ਲੱਗਦੀ। ਕੋਈ ਵੀ ਇਕੱਠੇ ਉਹਨਾਂ ਨੂੰ ਦੇਖਣਾ ਪਸੰਦ ਨਹੀਂ ਕਰਦਾ। ਈਵਨ ਕਿ ਲੇਖਕ ਦੀ ਮਾਂ ਵੀ ਨਹੀਂ ਚਾਹੁੰਦੀ ਕਿ ਮੇਰਾ ਬੇਟਾ ਨਾਈਆਂ ਦੇ ਮੁੰਡੇ ਨਾਲ ਫਿਰੇ। ਪਰ ਇਹਨਾਂ ਗੱਲਾਂ ਦੀ ਲੇਖਕ ਨੂੰ ਕੋਈ ਪਰਵਾਹ ਨਹੀਂ। ਉਹ ਚੰਦੂ ਨੂੰ ਆਪਣਾ ਪਰਮ ਮਿੱਤਰ ਮੰਨਦਾ ਹੈ, ਉਸ ਨੂੰ ਇੰਬੋਡੀਮੈਂਟ ਆਫ ਪਰਫੈਕਸ਼ਨ ਵੀ ਮੰਨਦਾ ਹੈ। ਹੀ ਵਾਜ਼ ਅ ਵੈਰੀ ਟੈਲੈਂਟਡ ਬॉय। ਸਟੋਰੀ ਤੋਂ ਸਾਨੂੰ ਕਲੀਅਰ ਹੁੰਦਾ ਹੈ ਕਿ ਚੰਦੂ ਬਹੁਤ ਹੀ ਪ੍ਰਤਿਭਾਸ਼ਾਲੀ ਲੜਕਾ ਹੈ। ਟੈਲੈਂਟਡ ਦਾ ਮਤਲਬ ਹੁੰਦਾ ਬੱਚਿਓ ਪ੍ਰਤਿਭਾਸ਼ਾਲੀ। ਹੀ ਹੈਡ ਅ ਵੈਰੀ ਸ਼ਾਰਪ ਮਾਈਂਡ, ਤਾਂ ਬਹੁਤ ਹੀ ਜਲਦੀ ਗੱਲ ਫੜਦਾ ਜੀ ਉਹ, ਬਹੁਤ ਹੀ ਸ਼ਾਰਪ ਮਾਈਂਡ ਹੈ ਜੀ ਉਸਦਾ। ਸਟੋਰੀ ਦੇ ਸ਼ੁਰੂਆਤ ਦੇ ਵਿੱਚ ਹੀ ਸਾਨੂੰ 2-3 ਗੱਲਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਚੰਦੂ ਕਿੰਨਾ ਤੇਜ਼ ਹੈ। ਇੱਕ ਤਾਂ ਚੰਦੂ ਦੇਖੋ ਵਾਸਪ ਨੂੰ ਫੜ ਕੇ, ਭਰਿੰਡਾਂ ਨੂੰ ਫੜ ਕੇ ਜ਼ਹਿਰ ਕੱਢ ਲੈਂਦਾ ਤੇ ਫਿਰ ਉਹਨਾਂ ਨੂੰ ਬੰਨ੍ਹ ਕੇ ਉਡਾਉਂਦਾ ਹੈ। ਤਾਂ ਦੇਖੋ ਇਹ ਕੰਮ ਆਮ ਬੰਦਾ ਨਹੀਂ ਕਰ ਸਕਦਾ। ਈਵਨ ਕਿ ਲੇਖਕ ਵੀ ਇਹ ਕੰਮ ਨਹੀਂ ਕਰ ਸਕਦਾ, ਉਹ ਤਾਂ ਆਪਣੇ ਭਰਿੰਡੇ ਹੀ ਲੜਵਾ ਬੈਠਦਾ ਹੈ। ਇਸੇ ਤਰ੍ਹਾਂ ਉਹ ਕਿੰਨੇ ਹੀ ਇੰਟਰੀਕੇਟ ਕੰਪਲੈਕਸ ਡਿਜ਼ਾਈਨ ਵਾਲੇ ਪਤੰਗ ਬਣਾਉਂਦਾ ਹੈ ਤੇ ਫਿਰ ਉਹ ਬੈਲੈਂਸਡ ਹੁੰਦੇ ਆ। ਮਤਲਬ ਜਦੋਂ ਉੜਦੇ ਆ ਤਾਂ ਕਿਸੇ ਤਰ੍ਹਾਂ ਦਾ ਉਹ ਡੋਲਦੇ ਨਹੀਂ, ਬੜੇ ਵਧੀਆ ਤਰੀਕੇ ਨਾਲ ਉੜਦੇ ਨੇ। ਤਾਂ ਇਹ ਵੀ ਇੱਕ ਕਲਾਕਾਰੀ ਹੈ ਚੰਦੂ ਦੀ। ਤੇ ਸਾਨੂੰ ਇਹ ਵੀ ਪਤਾ ਬੱਚਿਓ ਜਦੋਂ ਉਹ ਪੜ੍ਹਦਾ ਹੁੰਦਾ ਸੀ ਸਕੂਲ ਦੇ ਵਿੱਚ, ਸਾਰੀਆਂ ਪੋਇਮਸ ਉਹਨੂੰ ਮੂੰਹ ਜਵਾਨੀ ਯਾਦ ਹੁੰਦੀਆਂ ਸੀ। ਈਵਨ ਕਿ ਉਹ ਚੈਪਟਰਸ ਨੂੰ ਵੀ ਪੋਇਮਾਂ ਵਾਂਗੂ ਯਾਦ ਕਰ ਲੈਂਦਾ ਸੀ। ਤੇ ਇਹ ਸਾਰੀਆਂ ਗੱਲਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਚੰਦੂ ਬਹੁਤ ਹੀ ਇੰਟੈਲੀਜੈਂਟ, ਟੈਲੈਂਟਡ ਤੇ ਸ਼ਾਰਪ ਮਾਈਂਡ ਵਾਲਾ ਲੜਕਾ ਹੈ। ਹੀ ਆਲਵੇਜ਼ ਵਾਂਟਡ ਟੂ ਵੀਅਰ ਦਾ ਡਰੈਸ ਆਫ ਦਾ ਡਾਕਟਰਸ। ਉਹ ਹਮੇਸ਼ਾ ਚਾਹੁੰਦਾ ਸੀ ਕਿ ਉਹ ਡਾਕਟਰਾਂ ਵਾਲੇ ਕੱਪੜੇ ਪਾਵੇ। ਵੀਅਰ ਦਾ ਮਤਲਬ ਹੁੰਦਾ ਹੈ ਕੱਪੜੇ ਪਹਿਨਣਾ। ਇਹ ਤਾਂ ਉਸਨੇ ਆਪਣੀ ਇੱਛਾ ਲੇਖਕ ਨੂੰ ਬਹੁਤ ਵਾਰੀ ਜ਼ਾਹਿਰ ਕੀਤੀ ਹੈ। ਲੇਖਕ ਨੂੰ ਕਹਿੰਦਾ ਹੁੰਦਾ ਸੀ ਕਿ ਮੈਂ ਜਦੋਂ ਸ਼ਹਿਰ ਜਾਂਦਾ ਤਾਂ ਸ਼ਹਿਰ ਮੈਨੂੰ ਇੱਕ ਕਾਲਨ ਖਾਨ ਡਾਕਟਰ ਮਿਲਦਾ ਹੈ ਨਾ। ਕਾਲਨ ਖਾਨ ਇੱਕ ਡੈਂਟਿਸਟ ਹੈ। ਆਪਾਂ ਸ਼ਾਰਟ ਆਨਸਰ ਕੁਐਸਚਨ ਦੇ ਵਿੱਚ ਇੱਕ ਕੁਐਸਚਨ ਕਵਰ ਕਰਿਆ ਸੀ ਉਸ ਦੇ ਬਾਰੇ। ਤਾਂ ਉਹ ਡਾਕਟਰ ਸੀ, ਇਸ ਕਰਕੇ ਡਾਕਟਰਾਂ ਵਾਲੇ ਕੱਪੜੇ ਪਹਿਨਦਾ ਸੀ। ਤਾਂ ਉਸਨੂੰ ਉਸਦੀ ਡਾਕਟਰ ਵਾਲੇ ਕੱਪੜੇ ਬੜੇ ਵਧੀਆ ਲੱਗਦੇ ਸੀ। ਤੇ ਚੰਦੂ ਨੂੰ ਹਮੇਸ਼ਾ ਇਹ ਲੱਗਦਾ ਸੀ ਕਿ ਮੈਂ ਵੀ ਤਾਂ ਡਾਕਟਰ ਹਾਂ। ਉਹਨੂੰ ਆਪਣੇ ਆਪ ਨੂੰ ਡਾਕਟਰ ਕਿਉਂ ਕਹਿੰਦਾ ਸੀ? ਕਿਉਂਕਿ ਉਹਨੂੰ ਐਂ ਲੱਗਦਾ ਸੀ ਕਿ ਮੈਂ ਵੀ ਤਾਂ ਆਪਣੇ ਪਿੰਡ ਦੇ ਲੋਕਾਂ ਦੇ ਚਿਹਰਿਆਂ ਦੇ ਉੱਪਰ ਜਿਹੜੇ ਪਿੰਪਲਸ ਹੋ ਜਾਂਦੇ ਨੇ ਜਾਂ ਦਾਗ ਪੈ ਜਾਂਦੇ ਨੇ ਉਹਨਾਂ ਦਾ ਇਲਾਜ ਕਰਦਾ, ਤਾਂ ਮੈਂ ਵੀ ਡਾਕਟਰ ਹਾਂ ਕਾਲਨ ਖਾਨ ਵਾਂਗੂ। ਉਹ ਹਮੇਸ਼ਾ ਚਾਹੁੰਦਾ ਸੀ ਕਿ ਮੈਂ ਵੀ ਡਾਕਟਰਾਂ ਵਰਗੇ ਕੱਪੜੇ ਪਾਵਾਂ। ਫਿਰ ਉਸਨੇ ਇੱਕ ਦਿਨ ਉਹ ਕੱਪੜੇ ਪਾ ਲਏ ਤਾਂ ਫਿਰ ਪੂਰਾ ਗਾਹ ਪੈ ਗਿਆ ਜੀ ਪਿੰਡ ਦੇ ਵਿੱਚ। ਬਟ ਵੈਨ ਹੀ ਡਰੈਸਡ ਅਪ ਲਾਈਕ ਅ ਡਾਕਟਰ ਦਾ ਵਿਲੇਜਰਸ ਬਿਕੇਮ ਵੈਰੀ ਐਂਗਰੀ। ਪਰ ਜਦੋਂ ਉਸਨੇ ਡਾਕਟਰਾਂ ਵਾਲੇ ਕੱਪੜੇ ਪਾਏ, ਡਰੈਸਡ ਅਪ ਦਾ ਮਤਲਬ ਕੱਪੜੇ ਪਾਉਣਾ, ਜਦੋਂ ਉਸਨੇ ਕੱਪੜੇ ਪਾਏ ਇੱਕ ਡਾਕਟਰ ਵਰਗੇ ਤਾਂ ਪੂਰੇ ਦੇ ਪੂਰੇ ਪਿੰਡ ਵਾਸੀ ਬਹੁਤ ਜ਼ਿਆਦਾ ਗੁੱਸੇ 'ਚ ਆ ਗਏ। ਉਹ ਬਰਦਾਸ਼ਤ ਹੀ ਨਹੀਂ ਕਰ ਸਕੇ ਕਿ ਇੱਕ ਨਾਈਆਂ ਦਾ ਮੁੰਡਾ ਡਾਕਟਰ ਬਣੀ ਫਿਰਦਾ ਹੈ, ਇਸ ਤਰ੍ਹਾਂ ਦੇ ਕੱਪੜੇ ਉਸਨੇ ਪਾਏ ਹੋਏ ਨੇ। ਇਹ ਗੱਲ ਉਹਨਾਂ ਦੇ ਬਰਦਾਸ਼ਤ ਤੋਂ ਬਾਹਰ ਸੀ। ਉਹਨਾਂ ਨੂੰ ਤਾਂ ਇਹ ਲੱਗਦਾ ਸੀਗਾ ਕਿ ਚੰਦੂ ਵਰਗੇ ਨਾਈਆਂ ਦੇ ਮੁੰਡੇ ਨੂੰ ਉਹੀ ਫਟੇ ਪੁਰਾਣੇ ਕੱਪੜਿਆਂ ਦੇ ਵਿੱਚ ਰਹਿਣਾ ਚਾਹੀਦਾ ਜਿਸ ਦੇ ਵਿੱਚ ਉਹ ਰੋਜ਼ ਰਹਿੰਦਾ ਹੈ। ਤਾਂ ਫਿਰ ਉਹਨਾਂ ਨੇ ਕੀ ਕੀਤਾ? ਦੇ ਇਨਸਲਟਡ ਐਂਡ ਅਬਿਊਜ਼ਡ ਹਿਮ। ਉਹਨਾਂ ਨੇ ਉਸ ਦੀ ਬੇਇੱਜ਼ਤੀ ਕੀਤੀ। ਇਨਸਲਟ ਦਾ ਮਤਲਬ ਬੇਇੱਜ਼ਤੀ ਕੀਤੀ ਅਤੇ ਉਸ ਨੂੰ ਗਾਲਾਂ ਕੱਢੀਆਂ। ਅਬਿਊਜ਼ ਦਾ ਮਤਲਬ ਹੁੰਦਾ ਜੀ ਗਾਲਾਂ ਕੱਢਣਾ। ਤਾਂ ਪਿੰਡ ਦੇ ਜਿੰਨੇ ਵੀ ਉੱਚੇ ਤਬਕੇ ਦੇ ਲੋਕ ਸੀ, ਚਾਹੇ ਉਹ ਸ਼ਾਹੂਕਾਰ ਥਾਨੂ ਰਾਮ ਸੀ, ਚਾਹੇ ਪੰਡਿਤ ਪਰਮਾਨੰਦ ਸੀ, ਚਾਹੇ ਵਿਜੈ ਚੰਦ ਜ਼ਮੀਂਦਾਰ ਸੀ, ਸਾਰਿਆਂ ਨੇ ਚੰਦੂ ਨੂੰ ਉਹਨਾਂ ਕੱਪੜਿਆਂ 'ਚ ਦੇਖ ਕੇ ਬਹੁਤ ਹੀ ਭੈੜੀਆਂ ਗਾਲਾਂ ਕੱਢੀਆਂ, ਉਸ ਨੂੰ ਬਹੁਤ ਹੀ ਬੁਰਾ ਭਲਾ ਕਿਹਾ।
ਪਰ ਦੇਖੋ ਇੱਥੇ ਚੰਦੂ ਦੀ ਖਾਸੀਅਤ, ਚੰਦੂ ਨੇ ਇੱਕ ਵਾਰੀ ਵੀ ਉਹਨਾਂ ਦੇ ਬਾਰੇ ਕੋਈ ਵੀ ਮਾੜੀ ਗੱਲ ਨਹੀਂ ਬੋਲੀ, ਉਹਨਾਂ ਨੂੰ ਕੋਈ ਗਾਲ ਨਹੀਂ ਕੱਢੀ, ਈਵਨ ਕਿ ਉੱਚੀ ਆਵਾਜ਼ 'ਚ ਵੀ ਗੱਲ ਨਹੀਂ ਕੀਤਾ, ਉਹਨਾਂ ਨੂੰ ਫਿਰ ਵੀ ਸਾਹਬ ਕਰਕੇ ਬੁਲਾਉਂਦਾ ਰਿਹਾ। ਇਹ ਆਪਾਂ ਸਾਰੀ ਸਟੋਰੀ ਦੇ ਵਿੱਚ ਪੜ੍ਹਿਆ। ਚੰਦੂਜ਼ ਮਦਰ ਵਾਜ਼ ਐਨ ਇਲ ਟੈਂਪਰਡ ਵੂਮਨ। ਤਾਂ ਸਟੂਡੈਂਟਸ ਆਪਾਂ ਆਪਣੇ ਟੈਕਸਟ ਬੁੱਕ ਦੇ ਵੱਡੇ ਕੁਐਸਚਨਾਂ 'ਚ ਦੇਖਿਆ ਸੀ ਕਿ ਚੰਦੂ ਦੀ ਮਾਤਾ ਬਾਰੇ ਵੀ ਕਰੈਕਟਰ ਸਕੈਚ ਪੁੱਛਿਆ ਗਿਆ। ਤਾਂ ਅਸੀਂ ਇੱਥੇ ਕੁਝ ਲਾਈਨਾਂ ਚੰਦੂ ਦੀ ਮਾਤਾ ਬਾਰੇ ਲਿਖੀਆਂ ਨੇ। ਚੰਦੂ ਦੀ ਮਾਂ ਇੱਕ ਇਲ ਟੈਂਪਰਡ ਵੂਮਨ ਸੀ। ਤਾਂ ਇਲ ਟੈਂਪਰਡ ਦਾ ਮਤਲਬ ਹੁੰਦਾ ਬੱਚਿਓ ਝਗੜਾਲੂ, ਜੋ ਹਮੇਸ਼ਾ ਝਗੜਦੀ ਰਹਿੰਦੀ ਹੈ। ਹੁਣ ਇਸ ਦਾ ਕਾਰਨ ਵੀ ਹੈ ਬੱਚਿਓ, ਸਟੋਰੀ 'ਚ ਸਾਨੇ ਦੇਖਿਆ ਕਿ ਚੰਦੂ ਦੀ ਮਾਂ ਇਸ ਤਰ੍ਹਾਂ ਦੀ ਕਿਉਂ ਸੀ, ਉਹ ਝਗੜਾਲੂ ਕਿਉਂ ਸੀ, ਕਿਉਂਕਿ ਉਸ ਨੂੰ ਸ਼ੁਰੂ ਤੋਂ ਲੈ ਕੇ ਹੁਣ ਤੱਕ ਉੱਚੇ ਲੋਕਾਂ ਦੀਆਂ ਗਾਲਾਂ ਹੀ ਸੁਣਨ ਨੂੰ ਮਿਲੀਆਂ। ਤੇ ਜਦੋਂ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਕੋਈ ਇਨਸਾਨ ਰਹਿੰਦਾ ਬੱਚਿਓ, ਤਾਂ ਫਿਰ ਉਹ ਇਸ ਤਰ੍ਹਾਂ ਦੀ ਨੇਚਰ ਦਾ, ਝਗੜਾਲੂ ਕਿਸਮ ਦੀ ਨੇਚਰ ਦਾ ਹੋ ਹੀ ਜਾਂਦਾ ਹੈ। ਤੇ ਇਹੀ ਅਸਰ ਚੰਦੂ ਦੀ ਮਾਂ ਨਾਲ ਹੋਇਆ। ਪਰ ਚੰਦੂ ਦੀ ਮਾਂ 'ਚ ਇੱਕ ਖਾਸੀਅਤ ਸੀ, ਉਹ ਕੀ ਸੀ? ਸ਼ੀ ਡੇਅਰ ਟੂ ਸਪੀਕ ਟੂ ਦੀ ਅਪਰ ਕਲਾਸ ਪੀਪਲ ਫਰੈਂਕਲੀ। ਉਹ ਹਿੰਮਤ ਰੱਖਦੀ ਸੀ। ਡੇਅਰ ਦਾ ਮਤਲਬ ਹੁੰਦਾ ਜੀ ਹਿੰਮਤ ਰੱਖਣਾ। ਇੱਥੇ ਡੇਅਰ ਟੂ ਲੱਗਿਆ, ਇਟਸ ਅ ਮਾਡਲ ਵਰਬ। ਤੁਸੀਂ ਆਪਣੀਆਂ ਗ੍ਰਾਮਰ ਦੇ ਵਿੱਚ ਮਾਡਲ ਵਰਬਸ ਪੜ੍ਹੀਆਂ ਨੇ +1 ਕਲਾਸ ਦੇ ਵਿੱਚ। ਮੈਂ ਆਪਣੀ ਵੀਡੀਓਜ਼ ਦੇ ਵਿੱਚ ਵੀ ਇਹ ਇੱਕ ਸੈਕਸ਼ਨ ਕਈ ਵਾਰੀ ਕਵਰ ਕੀਤੇ ਨੇ। ਤਾਂ ਉਹ ਇਹ ਹਿੰਮਤ ਰੱਖਦੀ ਸੀ ਕਿ ਉਹ ਉੱਚੀ ਜਾਤ ਵਾਲੇ ਲੋਕਾਂ ਦੇ ਨਾਲ ਗੱਲ ਕਰਦੀ ਸੀ ਫਰੈਂਕਲੀ, ਬਿਲਕੁਲ ਸਪਸ਼ਟ ਰੂਪ 'ਚ। ਮਤਲਬ ਡਰਦੀ ਡੁਰਦੀ ਨਹੀਂ ਸੀ। ਜੇ ਉਹ ਉਹਨੂੰ ਗਾਲਾਂ ਕੱਢਦੇ ਸੀ ਤਾਂ ਉਹ ਵੀ ਫਿਰ ਟਿਟ ਫੋਰ ਟੈਟ ਵਾਂਗੂ ਪੂਰਾ ਜਵਾਬ ਦਿੰਦੀ ਸੀ, ਉਹਨਾਂ ਦੇ ਅੱਗੇ ਪੂਰਾ ਬੋਲਦੀ ਸੀ, ਡਟ ਕੇ ਬੋਲਦੀ ਸੀ। ਬਟ ਸ਼ੀ ਵਾਜ਼ ਵੈਰੀ ਕਾਈਂਡ ਟੂ ਦਾ ਨਰੇਟਰ। ਪਰ ਉਸ ਦੀ ਇੱਕ ਦੂਜੀ ਖਾਸੀਅਤ ਇਹ ਵੀ ਸੀ ਕਿ ਨਰੇਟਰ ਨੂੰ, ਲੇਖਕ ਨੂੰ ਚੰਦੂ ਦੀ ਮਾਂ ਬਹੁਤ ਹੀ ਪਸੰਦ ਕਰਦੀ ਸੀ, ਉਸ ਪ੍ਰਤੀ ਉਹ ਬਹੁਤ ਜ਼ਿਆਦਾ ਦਿਆਲੂ ਸੀ। ਤੇ ਇਹ ਇੱਕ ਇਨਸੀਡੈਂਟ ਤੋਂ ਸਾਨੂੰ, ਸਟੋਰੀ ਦੇ ਇੱਕ ਘਟਨਾ ਤੋਂ ਸਾਨੂੰ ਪਤਾ ਚੱਲਦਾ ਹੈ। ਜਦੋਂ ਚੰਦੂ ਨੂੰ ਪਿੰਡ ਵਾਲੇ ਗਾਲਾਂ ਕੱਢਦੇ ਨੇ ਉਸਦੇ ਡਾਕਟਰਾਂ ਵਾਲੇ ਕੱਪੜੇ ਦੇਖ ਕੇ, ਤਾਂ 1-2 ਦਿਨ ਚੰਦੂ ਲੇਖਕ ਨੂੰ ਨਹੀਂ ਮਿਲਦਾ। ਤਾਂ ਲੇਖਕ ਉਸ ਨੂੰ ਮਿਲਣ ਲਈ ਉਸਦੇ ਘਰ ਜਾਂਦਾ ਹੈ। ਤੇ ਫਿਰ ਉਸ ਸਮੇਂ ਉਸਦੀ ਮਾਤਾ ਲੇਖਕ ਨੂੰ ਪਹਿਲਾਂ ਤਾਂ ਥੋੜਾ ਜਿਹਾ ਟੌਂਟਿੰਗ ਵੇ ਦੇ ਨਾਲ ਬੋਲਦੀ ਹੈ, ਪਰ ਉਸ ਤੋਂ ਬਾਅਦ ਜਦੋਂ ਲੇਖਕ ਉਸ ਨੂੰ ਮਾਤਾ ਕਹਿ ਕੇ ਬੁਲਾਉਂਦਾ ਹੈ ਤਾਂ ਫਿਰ ਉਹ ਠੰਡੀ ਪੈ ਜਾਂਦੀ ਹੈ, ਤਾਂ ਬਹੁਤ ਹੀ ਪਿਆਰ ਨਾਲ ਉਸ ਨਾਲ ਪੇਸ਼ ਆਉਂਦੀ ਹੈ। ਤੇ ਸਾਨੂੰ ਚੰਦੂ ਦੀ ਮਾਂ ਬਾਰੇ ਇੱਕ ਹੋਰ ਗੱਲ ਸਟੋਰੀ ਦੇ ਬਿਲਕੁਲ ਐਂਡ 'ਚ ਪਤਾ ਚੱਲਦੀ ਹੈ। ਉਹ ਕੀ ਹੁੰਦਾ ਜੀ ਕਿ ਜਦੋਂ ਚੰਦੂ ਸਟ੍ਰਾਈਕ ਤੇ ਚਲਾ ਜਾਂਦਾ ਹੈ, ਉਹ ਪਿੰਡ ਵਾਲਿਆਂ ਦੀ ਸ਼ੇਵ ਕਰਨ ਦੀ ਥਾਂ ਤੇ ਸ਼ਹਿਰ ਵਾਲਿਆਂ ਦੀ ਸ਼ੇਵ ਕਰਨੀ ਸ਼ੁਰੂ ਕਰ ਦਿੰਦਾ ਹੈ। ਤਾਂ ਫਿਰ ਪਿੰਡ ਵਾਲੇ ਸਾਰੇ ਇਕੱਠੇ ਹੋ ਕੇ ਆਉਂਦੇ ਨੇ, ਉਹੀ ਉੱਚੇ ਤਬਕੇ ਵਾਲੇ ਸਾਰੇ ਲੋਕ, ਸ਼ਾਹੂਕਾਰ, ਜ਼ਮੀਂਦਾਰ ਵਗੈਰਾ ਚੰਦੂ ਦੀ ਮਾਂ ਕੋਲ ਆਉਂਦੇ ਨੇ ਤੇ ਉਹਨੂੰ ਕਹਿੰਦੇ ਨੇ ਵੀ ਆਪਣੇ ਮੁੰਡੇ ਨੂੰ ਸਮਝਾ, ਨਹੀਂ ਤਾਂ ਅਸੀਂ ਉਸ ਨੂੰ ਜੇਲ੍ਹ 'ਚ ਬੰਦ ਕਰਾ ਦੇਵਾਂਗੇ। ਪਰ ਚੰਦੂ ਦੀ ਮਾਂ ਫਿਰ ਉਵੇਂ ਪੂਰਾ ਤਣ ਕੇ ਖੜਦੀ ਆ ਉਹਨਾਂ ਦੇ ਅੱਗੇ ਤੇ ਉਹਨਾਂ ਨੂੰ ਕਹਿੰਦੀ ਹੈ ਕਿ ਜ਼ੋਰ ਲਾ ਲਓ ਜਿਹੜਾ ਤੁਹਾਡੇ ਤੋਂ ਲੱਗਦਾ ਹੈ, ਮੇਰਾ ਪੁੱਤ ਤਾਂ ਸ਼ਹਿਰ 'ਚ ਹੀ ਜਾ ਕੇ ਹੇਅਰ ਕਟਿੰਗ ਕਰੂਗਾ, ਤੁਹਾਡੀ ਹੇਅਰ ਕਟਿੰਗ ਨਹੀਂ ਕਰਦਾ, ਜੋ ਕਰਨਾ ਹੈ ਕਰ ਲਓ। ਤਾਂ ਇੱਥੋਂ ਪਤਾ ਲੱਗਦਾ ਹੈ ਕਿ ਚੰਦੂ ਦੀ ਮਾਂ ਬਹੁਤ ਹੀ ਬੋਲਡ ਔਰਤ ਸੀ। ਸਗੋਂ ਉਸਦੇ ਇਸ ਸਟੈਪ ਦੇ ਨਾਲ ਚੰਦੂ ਨੂੰ ਵੀ ਹੌਸਲਾ ਮਿਲਿਆ ਹੋਣਾ ਅਤੇ ਉਹ ਆਪਣੇ ਇਰਾਦੇ ਤੇ ਕਾਇਮ ਰਿਹਾ। ਉਸਨੇ ਉੱਚੇ ਤਬਕੇ ਵਾਲੇ ਲੋਕਾਂ ਦੇ ਘਰ ਜਾਣਾ ਬੰਦ ਕਰੀ ਰੱਖਿਆ, ਆਪਣੇ ਇਰਾਦੇ ਤੇ ਅੜਿੰਗ ਰਿਹਾ ਤੇ ਅੰਤ 'ਚ ਜਿੱਤ ਚੰਦੂ ਦੀ ਹੋਈ। ਉਹਨਾਂ ਲੋਕਾਂ ਨੂੰ ਚੰਦੂ ਕੋਲ ਹੀ ਆ ਕੇ ਆਪਣੀ ਕਟਿੰਗ ਕਰਵਾਉਣੀ ਪਈ ਉਸਦੀ ਦੁਕਾਨ ਦੇ ਵਿੱਚ। ਚੰਦੂ ਵੈਂਟ ਔਨ ਅ ਸਟ੍ਰਾਈਕ ਬਿਕੋਜ਼ ਆਫ ਦਾ ਕਾਸਟ ਡਿਸਕ੍ਰਿਮੀਨੇਸ਼ਨ। ਤਾਂ ਚੰਦੂ ਸਟ੍ਰਾਈਕ ਤੇ ਚਲਾ ਗਿਆ ਜੀ, ਜਿਵੇਂ ਕਿ ਮੈਂ ਤੁਹਾਨੂੰ ਦੱਸ ਹੀ ਰਿਹਾ, ਜਦੋਂ ਉਸ ਦੇ ਨਾਲ ਇੰਨਾ ਮਾੜਾ ਵਤੀਰਾ ਹੋਇਆ ਪਿੰਡ ਵਾਲਿਆਂ ਵੱਲੋਂ, ਪੰਡਿਤ ਪਰਮਾਨੰਦ ਵੱਲੋਂ, ਜ਼ਮੀਂਦਾਰ ਵੱਲੋਂ, ਸ਼ਾਹੂਕਾਰ ਵੱਲੋਂ, ਤਾਂ ਚੰਦੂ ਦਾ ਮਨ ਬਹੁਤ ਦੁਖਿਆ। ਤਾਂ ਹਰ ਇੱਕ ਬੰਦੇ ਦੀ ਬੱਚਿਓ ਆਪਣੀ ਇੱਕ ਸੈਲਫ ਰਿਸਪੈਕਟ ਹੁੰਦੀ ਹੈ, ਸਵੈਮਾਣ ਹੁੰਦਾ ਹੈ, ਚਾਹੇ ਉਹ ਕਿਸੇ ਵੀ ਤਬਕੇ ਨਾਲ ਸੰਬੰਧ ਰੱਖਦਾ ਹੋਵੇ। ਤਾਂ ਚੰਦੂ ਇੱਕ ਸੈਲਫ ਰਿਸਪੈਕਟ ਵਾਲਾ ਇਨਸਾਨ ਸੀ। ਉਸਨੇ ਸੋਚ ਲਿਆ ਕਿ ਜਿਹੜੇ ਬੰਦੇ ਮੇਰੀ ਇੱਜ਼ਤ ਨਹੀਂ ਕਰਦੇ, ਮੈਂ ਵੀ ਇਹਨਾਂ ਦੇ ਘਰੇ ਜਾ ਕੇ ਇਹਨਾਂ ਦੀ ਹੈਅਰ ਕਟਿੰਗ ਨਹੀਂ ਕਰਨੀ। ਤਾਂ ਉਸਨੇ ਸਟ੍ਰਾਈਕ ਕਰਤੀ ਜੀ। ਇਸ ਕਰਕੇ ਚੰਦੂ ਵੈਂਟ ਔਨ ਅ ਸਟ੍ਰਾਈਕ, ਹੜਤਾਲ ਤੇ ਚਲਾ ਗਿਆ, ਕਿਉਂਕਿ ਉਸ ਨਾਲ ਕਾਸਟ ਡਿਸਕ੍ਰਿਮੀਨੇਸ਼ਨ ਹੋਈ ਸੀ। ਨਾਓ ਕਾਸਟ ਡਿਸਕ੍ਰਿਮੀਨੇਸ਼ਨ ਦਾ ਮਤਲਬ ਹੈ ਜਾਤ ਪਾਤ ਦਾ ਵਿਤਕਰਾ। ਤਾਂ ਸਟੂਡੈਂਟਸ, ਤੁਹਾਨੂੰ ਯਾਦ ਹੋਣਾ +1 ਕਲਾਸ ਦਾ ਪਹਿਲਾ ਚੈਪਟਰ ਜਿਸ ਵਿੱਚ ਤੁਸੀਂ ਜੈਂਡਰ ਡਿਸਕ੍ਰਿਮੀਨੇਸ਼ਨ ਬਾਰੇ ਪੜ੍ਹਿਆ ਸੀ, ਤੇ ਉਸ ਚੈਪਟਰ ਦੇ ਵਿੱਚ ਕਿਹੜੇ ਵਿਤਕਰੇ ਦਾ ਜ਼ਿਕਰ ਸੀ? ਔਰਤਾਂ ਪ੍ਰਤੀ ਆਦਮੀਆਂ ਦਾ। ਲੇਕਿਨ ਇਸ ਚੈਪਟਰ ਦੇ ਵਿੱਚ ਜਾਤ ਪਾਤ ਦੇ ਵਿਤਕਰੇ ਦਾ ਜ਼ਿਕਰ ਹੋਇਆ ਹੈ, ਕਿਉਂਕਿ ਚੰਦੂ ਵਿਚਾਰਾ ਨੀਵੀਂ ਜਾਤ ਤੋਂ ਸੀ, ਨਾਈਆਂ ਦਾ ਮੁੰਡਾ ਸੀ, ਤੇ ਸਿਰਫ ਇਸੇ ਗੱਲ ਕਰਕੇ ਉਸਦੀ ਬੇਇੱਜ਼ਤੀ ਹੁੰਦੀ ਸੀ, ਉਸ ਨੂੰ ਮਾੜਾ ਚੰਗਾ ਬੋਲਿਆ ਜਾਂਦਾ ਸੀ। ਇਸ ਸਭ ਨੂੰ ਨਾ ਸਹਾਰਦੇ ਹੋਏ ਉਹ ਹੜਤਾਲ ਤੇ ਚਲਾ ਗਿਆ। ਹੀ ਸਟਾਪਡ ਵਿਜ਼ਿਟਿੰਗ ਹਾਊਸਿਸ। ਤਾਂ ਉਸਨੇ ਹੁਣ ਉੱਚੇ ਤਬਕੇ ਵਾਲੇ ਲੋਕਾਂ ਦੇ ਘਰ ਜਾਣਾ ਬੰਦ ਕਰ ਦਿੱਤਾ। ਜਿਵੇਂ ਉਹ ਰੋਜ਼ ਸਵੇਰੇ ਉਹਨਾਂ ਦੀ ਜਾ ਕੇ ਹਜਾਮਤ ਕਰਦਾ ਸੀ, ਹੁਣ ਉਹ ਨਹੀਂ ਸੀ ਜਾਂਦਾ। All the villagers looked very funny because of their unshaven faces। ਹੁਣ ਸਾਰੇ ਪਿੰਡ ਵਾਸੀ, ਵਿਲੇਜਰਸ ਦਾ ਮਤਲਬ ਪਿੰਡ ਵਾਸੀ, ਬਹੁਤ ਹੀ ਫਨੀ ਲੱਗ ਰਹੇ ਸੀ, ਕਿਉਂਕਿ ਉਹਨਾਂ ਦੀਆਂ ਦਾੜੀਆਂ ਉੱਗੀਆਂ ਆਈਆਂ, ਤਰ੍ਹਾਂ ਤਰ੍ਹਾਂ ਦੀਆਂ ਦਾੜੀਆਂ ਉੱਗੀਆਂ ਆਈਆਂ ਉਹਨਾਂ ਦੇ ਅਨਸ਼ੇਵਨ ਫੇਸਿਸ ਕਰਕੇ। ਨਾ ਅਨਸ਼ੇਵਨ ਫੇਸਿਸ ਦਾ ਮਤਲਬ ਬਿਨਾਂ ਸ਼ੇਵ ਕੀਤੇ ਹੋਏ ਚਿਹਰਿਆਂ ਕਰਕੇ ਉਹਨਾਂ ਦੇ ਹੁਲੀਏ ਹੀ ਵਿਗੜ ਗਏ। ਤਾਂ ਇਹ ਤਾਂ ਆਪਾਂ ਪੂਰੀ ਸਟੋਰੀ 'ਚ ਪੜ੍ਹਿਆ ਬੱਚਿਓ। ਸਭ ਤੋਂ ਪਹਿਲਾਂ ਸਾਨੂੰ ਜਿਸ ਹੁਲੀਏ ਦਾ ਪਤਾ ਲੱਗਦਾ ਉਹ ਹੈ ਜੀ ਬਿਜਾਏ ਚੰਦ ਸ਼ਾਹੂਕਾਰ, ਜਿਸਨੇ ਚੰਦੂ ਦੀ ਸਭ ਤੋਂ ਜ਼ਿਆਦਾ ਬੇਇੱਜ਼ਤੀ ਕੀਤੀ ਸੀ, ਜਿਸਨੇ ਚੰਦੂ ਨੂੰ ਆਪਣੇ ਘਰ ਤੋਂ ਹੀ ਕੱਢਤਾ ਸੀਗਾ। ਤਾਂ ਉਹ ਤਾਂ ਬਿਲਕੁਲ ਬਿਮਾਰ ਸ਼ੇਰ ਦੀ ਤਰ੍ਹਾਂ ਲੱਗ ਰਿਹਾ ਸੀ। ਤੇ ਉਸ ਦੇ ਬਾਰੇ ਤਾਂ ਇਹ ਵੀ ਮਸ਼ਹੂਰ ਸੀ ਕਿ ਉਸ ਦੀ ਘਰ ਵਾਲੀ ਉਹਨੂੰ ਛੱਡ ਕੇ ਭੱਜ ਰਹੀ ਹੈ।
ਕਿਉਂਕਿ ਉਸ ਦੀ ਘਰ ਵਾਲੀ ਉਸ ਤੋਂ ਕਾਫੀ ਛੋਟੀ ਸੀ, ਆਪ ਇਹ ਉਮਰ ਦਾ ਬਹੁਤ ਵੱਡਾ ਸੀ, ਉਹਦਾ ਤਾਂ ਘਰ ਟੁੱਟਣ ਤੇ ਆ ਗਿਆ ਸੀ। ਤੇ ਇਸੇ ਤਰ੍ਹਾਂ ਫਿਰ ਸਾਨੂੰ ਪਤਾ ਲੱਗਦਾ ਜੀ ਸ਼ਾਹੂਕਾਰ ਥਾਣੂ ਰਾਮ ਜਿਹੜਾ ਕਿ ਕੋੜੀ ਦੀ ਤਰ੍ਹਾਂ ਲੱਗ ਰਿਹਾ ਸੀ, ਇਹਦੇ ਬਾਰੇ ਆਪਾਂ ਇੱਕ ਸ਼ਾਰਟ ਆਨਸਰ ਕੁਐਸਚਨ ਵੀ ਕੀਤਾ। ਤਾਂ ਇਹ ਸਾਰੇ ਹੁਲੀਏ ਵਿਗੜ ਗਏ ਲੋਕਾਂ ਦੇ ਤੇ ਉਹ ਬਹੁਤ ਜ਼ਿਆਦਾ ਫਨੀ ਲੱਗ ਰਹੇ ਸੀ। ਚੰਦੂ ਮੇਡ ਆ ਬਾਰਬਰ ਯੂਨੀਅਨ, ਤਾਂ ਚੰਦੂ ਨੇ ਇੱਕ ਨਾਈਆਂ ਦੀ ਯੂਨੀਅਨ ਬਣਾਈ, ਇੱਕ ਸੰਘ ਬਣਾਇਆ, ਤਾਂ ਉਸਦਾ ਉਸਨੇ ਨਾਮ ਰੱਖਿਆ ਇਟ ਵਾਜ਼ ਰਾਜਕੋਟ ਡਿਸਟ੍ਰਿਕਟ ਬਾਰਬਰ ਬ੍ਰਦਰਜ਼ ਹੈਅਰ ਡਰੈਸਿੰਗ ਐਂਡ ਸ਼ੇਵਿੰਗ ਸਲੂਨ। ਉਸਦਾ ਨਾਮ ਸੀ ਜੀ ਰਾਜਕੋਟ ਡਿਸਟ੍ਰਿਕਟ ਬਾਰਬਰ ਬ੍ਰਦਰਜ਼ ਹੈਅਰ ਡਰੈਸਿੰਗ ਐਂਡ ਸ਼ੇਵਿੰਗ ਸਲੂਨ। ਤਾਂ ਬੱਚਿਓ ਇਹ ਤੁਹਾਨੂੰ ਯਾਦ ਕਰਨਾ ਪਏਗਾ ਇਹ ਪੂਰਾ ਨਾਮ, ਤੇ ਇਸ ਨਾਮ ਨੂੰ ਯਾਦ ਕਰਦੇ ਹੋਏ ਤੁਸੀਂ ਇਹ ਧਿਆਨ 'ਚ ਰੱਖਣਾ ਹੈ ਕਿ ਇਸ ਨੂੰ ਤੁਸੀਂ ਪਹਿਲਾਂ ਤਾਂ ਸਿੰਗਲ ਕੋਟ ਦੇ ਵਿੱਚ ਸ਼ੁਰੂ ਕਰਨਾ ਹੈ, ਸਿੰਗਲ ਕੋਟ ਦੇ ਵਿੱਚ ਬੰਦ ਕਰਨਾ ਹੈ, ਤੇ ਇੱਕ ਬ੍ਰਦਰਸ ਤੋਂ ਬਾਅਦ ਤੁਸੀਂ ਐਪਐਸ ਪਾਣੀ ਹੈ, ਇਹ ਬ੍ਰਦਰਸ ਤੋਂ ਬਾਅਦ ਤੁਸੀਂ ਐਪੋਸਟ੍ਰੋਫੀ ਜ਼ਰੂਰ ਪਾਣੀ ਹੈ, ਤੇ ਇਸ ਦੇ ਵੱਡੇ ਅੱਖਰਾਂ ਦਾ ਵੀ ਖਿਆਲ ਰੱਖਣਾ ਹੈ ਜੀ। ਇਸ ਲਾਈਨ ਨੂੰ ਤੁਸੀਂ 2-3 ਵਾਰੀ ਪਾ ਕੇ ਜ਼ਰੂਰ ਦੇਖ ਲਿਓ, ਫਿਰ ਤੁਹਾਨੂੰ ਕਦੇ ਇਸ ਲਾਈਨ ਨੂੰ ਲਿਖਣ 'ਚ ਦਿੱਕਤ ਨਹੀਂ ਆਏਗੀ। ਤਾਂ ਜਦੋਂ ਬੱਚੇ ਉਸਨੇ ਯੂਨੀਅਨ ਬਣਾਈ ਤਾਂ ਇਸਨੇ ਆਪਣੇ ਕਜ਼ਨ ਨੂੰ ਵੀ ਨਾਲ ਲਿਆ ਜੋ ਕਿ ਵੇਰਕਾ ਪਿੰਡ ਦਾ ਸੀ, ਉਹ ਵੀ ਨਾਈ ਸੀ, ਤੇ ਇੱਕ ਧੁੰਨੂ ਸੀ ਜੀ ਨਾਈ, ਉਹਨੂੰ ਇਹਨੇ ਨਾਲ ਲਿਆ, ਤੇ ਇਸ ਤਰ੍ਹਾਂ ਆਪਣੇ ਕੁਨਬੇ ਦੇ ਕਾਫੀ ਸਾਰੇ ਨਾਈਆਂ ਨੂੰ ਇਕੱਠੇ ਕਰਕੇ ਇਹਨੇ ਯੂਨੀਅਨ ਬਣਾਈ। ਹੀ ਸਟਾਰਟਡ ਹਿਸ ਓਨ ਬਾਰਬਰ ਸ਼ਾਪ ਇਨ ਦਾ ਵਿਲੇਜ, ਤਾਂ ਪਿੰਡ ਦੇ ਵਿੱਚ ਇਹਨੇ ਆਪਣੀ ਬਾਰਬਰ ਸ਼ਾਪ ਸ਼ੁਰੂ ਕੀਤੀ। ਇਹ ਆਪਣੇ ਇਲਾਕੇ ਦੇ ਵਿੱਚ ਬੱਚਿਓ ਪਹਿਲਾ ਨਾਈ ਸੀ ਜਿਸ ਨੇ ਕਿਸੇ ਪਿੰਡ ਦੇ ਵਿੱਚ ਨਾਈ ਦੀ ਸ਼ਾਪ ਸ਼ੁਰੂ ਕੀਤੀ ਸੀ। ਇਸ ਤੋਂ ਪਹਿਲਾਂ ਇਹ ਕੰਮ ਕਿਸੇ ਨੇ ਨਹੀਂ ਸੀ ਕੀਤਾ। ਤਾਂ ਬੱਚਿਓ ਤੁਹਾਨੂੰ ਯਾਦ ਹੋਣਾ ਇਹ ਸ਼ਹਿਰ 'ਚ ਜਾਂਦਾ ਸੀ, ਤਾਂ ਸ਼ਹਿਰ ਦੇ ਵਿੱਚ ਇੱਕ ਨਾਈ ਸੀ, ਉਹਦਾ ਨਾਮ ਸੀ ਨਿਰੰਜਨ ਦਾਸ, ਤਾਂ ਉਸ ਦੀ ਆਪਣੀ ਸ਼ਾਪ ਸੀ ਸ਼ਹਿਰ ਦੇ ਵਿੱਚ, ਤਾਂ ਇਸਨੇ ਉਸ ਤੋਂ ਇੰਸਪਾਇਰ ਹੋ ਕੇ ਆਪਣੇ ਪਿੰਡ ਦੇ ਵਿੱਚ ਆਪਣੀ ਸ਼ਾਪ ਸ਼ੁਰੂ ਕੀਤੀ। ਇਸੇ ਕਰਕੇ ਤਾਂ ਫਿਰ ਮੁਲਕ ਰਾਜ ਆਨੰਦ ਨੇ ਕਿਹਾ ਸੀ ਕਿ ਚੰਦੂ ਸਾਡੇ ਮਾਡਰਨ ਇੰਡੀਆ ਦੇ ਮੇਕਰਸ ਵਿੱਚੋਂ ਇੱਕ ਹੈ। Now the villagers used to come to his shop for the services। ਤਾਂ ਦੇਖੋ ਉਸ ਸ਼ਾਪ ਨੂੰ ਸ਼ੁਰੂ ਕਰਨ ਦਾ ਨਤੀਜਾ ਕੀ ਹੋਇਆ, ਉਹੀ ਲੋਕ ਜਿਨ੍ਹਾਂ ਦੇ ਘਰਾਂ 'ਚ ਚੰਦੂ ਜਾਂਦਾ ਹੁੰਦਾ ਸੀ, ਉੱਚੇ ਤਬਕੇ ਦੇ ਲੋਕਾਂ ਦੇ ਘਰੇ ਉਹਨਾਂ ਦੀ ਹਜ਼ਾਮਤ ਕਰਨ ਜਾਂਦਾ ਸੀ, ਹੁਣ ਉਹੀ ਸਾਰੇ ਲੋਕ ਚੰਦੂ ਦੀ ਦੁਕਾਨ ਤੇ ਸਰਵਿਸਿਜ਼ ਲੈਣ ਲਈ ਆਉਂਦੇ ਸੀ। The villagers ਪਿੰਡ ਵਾਲੇ used to come to his shop, ਉਸ ਦੀ ਦੁਕਾਨ ਤੇ ਆਉਂਦੇ ਸੀ for the services, ਸਰਵਿਸਿਜ਼ ਲੈਣ ਲਈ। ਸਰਵਿਸਿਜ਼ ਕਾਹਦੀਆਂ? ਦਾੜੀ ਕਟਵਾਉਣ, ਹਜ਼ਾਮਤ ਬਣਵਾਉਣ, ਤਾਂ ਇਹ ਕੰਮ ਕਰਨ ਦੇ ਲਈ ਹੁਣ ਉਹ ਚੰਦੂ ਕੋਲ ਆਉਂਦੇ ਸੀ। ਚੰਦੂ ਇਜ਼ ਵਨ ਆਫ ਦਾ ਮੇਕਰਸ ਆਫ ਮਾਡਰਨ ਇੰਡੀਆ। ਇਹ ਲਾਈਨ ਐਂਡ ਦੇ ਵਿੱਚ ਜ਼ਰੂਰ ਲਿਖਿਓ ਕਿ ਚੰਦੂ ਸਾਡੇ ਅਜੋਕੇ ਭਾਰਤ ਦੇ, ਮਾਡਰਨ ਇੰਡੀਆ ਦਾ ਮਤਲਬ ਅਜੋਕੇ ਭਾਰਤ ਨੂੰ ਬਣਾਉਣ ਵਾਲਿਆਂ ਦੇ ਵਿੱਚੋਂ ਇੱਕ ਹੈ। ਕਿਉਂ ਇੱਕ ਹੈ? ਕਿਉਂਕਿ ਉਸਨੇ ਇੱਕ ਨਵੀਂ ਪ੍ਰਥਾ ਸਟਾਰਟ ਕੀਤੀ ਪਿੰਡਾਂ ਦੇ ਵਿੱਚ, ਉਸਨੇ ਨਾਈ ਦੀ ਦੁਕਾਨ ਖੋਲੀ। ਉਸ ਨੂੰ ਦੇਖਾ ਦੇਖੀ ਫਿਰ ਸਾਨੂੰ ਚੈਪਟਰ 'ਚੋਂ ਪਤਾ ਲੱਗਦਾ ਹੈ ਕਿ ਹੋਰਾਂ ਨੇ ਵੀ ਆਪਣੀਆਂ ਦੁਕਾਨਾਂ ਖੋਲੀਆਂ। ਤਾਂ ਸਟੂਡੈਂਟਸ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਐਸੇ ਟਾਈਪ ਕੁਐਸਚਨ ਪੂਰੀ ਤਰ੍ਹਾਂ ਕਲੀਅਰ ਹੋ ਗਿਆ ਹੋਵੇਗਾ। ਜੇਕਰ ਫਿਰ ਵੀ ਤੁਹਾਨੂੰ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਵੀਡੀਓ ਦੇ ਅੰਤ ਵਿੱਚ ਮੈਂ ਤੁਹਾਨੂੰ ਇਸ ਸਟੋਰੀ ਦੇ 3 ਪਾਰਟਸ ਵਾਲੇ ਵੀਡੀਓ ਜੋ ਮੈਂ ਬਣਾਏ ਨੇ, ਜਿਸ ਦੇ ਵਿੱਚ ਮੈਂ ਫੁੱਲ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਡਿਸਕਸ ਕੀਤਾ ਹੈ, ਉਸ ਦੇ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ। ਫਿਰ ਕਿਸੇ ਵੀਡੀਓ ਨੂੰ ਲੈ ਕੇ ਮਿਲਦੇ ਹਾਂ ਜੀ। ਧੰਨਵਾਦ।